ਇਹ ਤਾਂ ਉਸ ਤਰ੍ਹਾਂ ਹੋ ਜਾਏਗਾ ਜਿਸ ਪੌਦੇ ਦੀਆਂ ਜੜ੍ਹਾਂ ਨਹੀਂ ਪਰ ਪੱਤਿਆਂ ਦਾ ਖਲਾਰਾ ਬੜਾ ਉੱਤੋਂ ਦਿਖਦਾ ਪਿਆ ਹੈ। ਉਸ ਫੁੱਲ ਅੰਦਰ ਸੁਗੰਧੀ ਨਹੀਂ ਰਹਿ ਜਾਏਗੀ। ਪਹਿਲਾਂ ਬਾਣੀ ਹੈ, ਬਾਣਾ ਬਾਅਦ ਵਿੱਚ ਹੈ। ਹੁਣ ਜਿਨ੍ਹਾਂ ਦੇ ਕੋਲ ਬਾਣਾ ਹੈ ਉਹਨਾਂ ਦੇ ਕੋਲ ਬਾਣੀ ਕੋਈ ਨਹੀਂ ਰਹੀ। ਦਲਾਂ ਵਿੱਚ ਜਾ ਕੇ ਦੇਖੋ, ਕਿਸੇ ਨੂੰ 5 ਬਾਣੀਆਂ ਵੀ ਕੰਠ ਨਹੀਂ ਹੈਗੀਆਂ। ਜਿਹੜੇ ਸਿੰਘ ਸਾਰਾ ਦਿਨ ਜਾਪ ਸਾਹਿਬ ਪੜ੍ਹਦੇ ਸੀ ਕੰਠ, ਉੱਥੇ ਦੇਖੋ ਜਾਪ ਸਾਹਿਬ ਪੜ੍ਹਨਾ ਹੀ ਨਹੀਂ ਆਉਂਦਾ। ਮੈਂ ਸਾਰਿਆਂ ਦੀ ਗੱਲ ਨਹੀਂ, ਬੜੇ ਨੇਮੀ ਸਿੰਘ ਨੇ। ਮੈਂ ਇਹੋ ਜਿਹੇ ਸਿੰਘ ਦੇਖਦਾ ਰਿਹਾ ਦਲ ਦੇ ਵਿੱਚ, ਸਾਰਾ ਦਿਨ ਕੁੜਤੀ 'ਚ ਕੱਢ ਦਿੰਦੇ ਸੀ, ਪਾਟੀ ਜੀ ਕੁੜਤੀ, ਪਰ ਸਭ ਤੋਂ ਵੱਧ ਰਾਜੀ ਘੋੜਾ ਉਸ ਸਿੰਘ ਦਾ ਹੁੰਦਾ ਸੀ, ਸਭ ਤੋਂ ਵੱਧ ਬਾਣੀ ਪੜ੍ਹਨ ਵਾਲਾ। ਇਹ ਜੀਵਨ ਸੀਗਾ। ਇਹਨਾਂ ਨੂੰ ਦੇਖ ਕੇ ਤਾਂ ਮਹਾਰਾਜ ਨੇ ਕਿਹਾ ਸੀ, ਬਿਨਾਂ ਤਨਖਾਹਾਂ ਤੋਂ ਰਹੇ ਜੋ ਮੇਰੇ ਨਾਲ ਨੇ, ਜਿੰਨਾ ਚਿਰ ਉਹਨਾਂ ਦਾ ਹਿਸਾਬ ਨਹੀਂ ਮੁੱਕਦਾ, ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ। ਮੈਂ ਉਹਨਾਂ ਦਾ ਦੇਣ ਕਿਵੇਂ ਦੇ ਦਿਆਂਗਾ ਜਿਹੜੇ ਇੰਨੀ ਜ਼ਿੰਦਗੀ ਅਸਰ ਉਹ ਵੀ ਘਰਾਂ ਨੂੰ ਛੱਡ ਕੇ ਆਏ ਨੇ। ਉਹਨਾਂ ਦੇ ਵੀ ਮਾਂ-ਬਾਪ ਨੇ, ਉਹਨਾਂ ਦੇ ਵੀ ਪਿੱਛੇ ਬੱਚੇ ਡੀਕਦੇ ਹੋਣਗੇ, ਪਰ ਉਹ ਬਿਨਾਂ ਤਨਖਾਹਾਂ ਤੋਂ ਮੇਰਾ ਪਸੀਨਾ ਡੁੱਲਦਾ, ਸਿੰਘ ਮੇਰੇ ਖੂਨ ਡੁੱਲਦੇ ਨੇ। ਇੰਨਾ ਸਤਿਗੁਰੂ ਨੇ ਚਾਹ ਦੇ ਨਾਲ ਇੱਥੋਂ ਤੱਕ ਬਚਨ ਕਹਿ ਕਹਿਣ ਲੱਗੇ, ਖਾਲਸਾ ਜੀ ਐਸੀ ਵਸਤ ਜਗਤ ਮੈਂ ਨਾਹੀ, ਜੋ ਮੈਂ ਦਈ ਖਾਲਸੇ ਨਾਹੀ। ਇਸੇ ਖਾਲਸੇ ਪੰਥ ਨੂੰ ਇੰਨਾ ਨਵਾਜਿਆ, ਕੋਈ ਐਸੀ ਚੀਜ਼ ਪਿੱਛੇ ਰਹਿ ਨਹੀਂ ਗਈ ਜਿਹੜੀ ਮੈਂ ਲੁਕਾ ਕੇ ਰੱਖੀ ਹੋਵੇ ਪੰਥ ਕੋਲੋਂ। ਆਪਨ ਕੋ ਸ੍ਰੀ ਖਾਲਸੇ ਸੌਂਪਾ, ਸਭ ਕੁਝ ਦੇ ਦਿੱਤਾ, ਪਰ ਨਾਲ ਕਿਹਾ, ਜਬ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਜੇ ਬਾਣੀ ਨਾ ਰਹੀ ਅੰਦਰ, ਕੱਲਾ ਬਾਣਾ ਰਹਿ ਗਿਆ, ਪਾਤਸ਼ਾਹ ਕਹਿੰਦੇ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਮੈਨੂੰ ਬਾਹਰਲਾ ਸਰੂਪ ਨਹੀਂ ਤੇਰਾ ਚਾਹੀਦਾ, ਸਰਜੇਗਾ ਨਹੀਂ ਹੋਏਗਾ, ਪਰ ਮੈਂ ਅੰਦਰ ਦੇਖਣਾ ਤੇਰੇ ਬਾਣੀ ਵਸੀ ਤੇਰੇ ਰੋਮ ਰੋਮ ਵਿੱਚ ਕਿ ਨਹੀਂ। ਇਹੀ ਕਾਰਨ ਅੱਜ ਪੰਥ ਦੇ ਉਹ ਆਗੂ ਜਿਨ੍ਹਾਂ ਦੇ ਕੋਲ ਭੇਖ ਤਾਂ ਹੈ, ਬਾਣਾ ਤਾਂ ਹੈ, ਜਿਸ ਵਾਸਤੇ ਵੀ ਮੋਰਚਾ ਲਾਉਂਦੇ ਨੇ, ਮੋਰਚੇ ਫੇਲ ਕਿਉਂ ਹੋ ਜਾਂਦੇ ਨੇ? ਸਾਰਿਆਂ ਨੂੰ ਲੋਭ ਡੇਗ ਨਹੀਂ ਦਿੰਦਾ ਕਿ ਅਵਜੀਰੀਆਂ ਮੀਰੀਆਂ ਡੇਗ ਨਹੀਂ ਦਿੰਦੀਆਂ ਉਸੇ ਵੇਲੇ, ਕਿਉਂਕਿ ਭੇਖ ਸੀ ਪਰ ਅੰਦਰ ਬਾਣੀ ਨਾ ਰਹੀ ਉਹਨਾਂ ਦੇ, ਜਿਹਨੇ ਦ੍ਰਿੜਤਾ ਬਖਸ਼ਿਸ਼ ਕਰਨੀ ਸੀ। ਬਾਣੀ ਨੇ ਅੰਦਰਲੇ ਲੋਭ ਨੂੰ ਮਾਰਨਾ ਸੀ, ਉਹਨੂੰ ਅਸੀਂ ਡਗਾ ਨਾ ਸਕੇ। ਬਾਹਰੋਂ ਆਪਣੇ ਆਪ ਨੂੰ ਸਵਾਰ ਲਿਆ, ਅੰਦਰ ਉਹੀ ਦਾ ਉਹੀ ਕੁਛ ਰਹਿ ਗਿਆ। ਫਿਰ ਕੂੜ ਕਬਾੜ ਅੰਦਰ ਰਹਿ ਗਿਆ। ਗੰਦ ਨੂੰ ਢੱਕਣ ਦੀ ਲੋੜ ਪੈਂਦੀ, ਫੁੱਲਾਂ ਉੱਤੇ ਕਦੀ ਕੋਈ ਕੱਪੜਾ ਨਹੀਂ ਪਾਉਂਦਾ। ਫੁੱਲ ਖਿੜੇ ਹੋਏ ਸੁਗੰਧੀ ਦਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਖਾਲਸਾ ਸੋ ਜੋ ਚੜੇ ਤੁਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ ਕਰਨੀ ਸੀ ਤੇ ਆਪਣੇ ਅੰਦਰ ਦੇ ਨਾਲ, ਵਿਕਾਰਾਂ ਦੇ ਨਾਲ ਲੜਨਾ। ਤੇ ਸੱਚਾਈ ਇਹ ਮਨ ਦੇ ਵਿੱਚ ਨਿਰਾਸ਼ਤਾ ਵੀ ਆਉਂਦੀ, ਹੀਨ ਭਾਵਨਾ, ਦੁੱਖ ਹੁੰਦਾ ਹੈ ਜਦੋਂ ਕੋਈ ਇਸ ਸਰੂਪ ਨੂੰ ਧਾਰਨ ਕਰਕੇ ਨਸ਼ਾ ਕਰਦਾ ਹੈ, ਦੁਰਾਚਾਰ ਕਰਦਾ ਹੈ। ਇਸ ਤੋਂ ਵੱਡਾ ਪਾਪੀ ਲੱਭਣਾ ਮੁਸ਼ਕਲ ਹੈ। ਸੋ ਇਸ ਕਰਕੇ ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਵੀ ਹੈ, ਉਹਨਾਂ ਮਹਾਨ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਅਸੀਂ ਮਨਾ ਰਹੇ ਹਾਂ, ਤੇ ਰਵਾਇਤ ਇਸ ਗੱਲ ਦੀ ਹਾਮੀ ਵੀ ਭਰਦੀ ਹੈ ਕਿ ਇਹ ਜਿਹੜਾ ਨਿਹੰਗ ਸਿੰਘ ਦਾ ਸਰੂਪ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਫਤਿਹ ਸਿੰਘ ਜੀ ਵੱਲ ਦੇਖ ਕੇ ਬਖਸ਼ਿਸ਼ ਕੀਤਾ ਸੀਗਾ। ਉਹਨਾਂ ਦਾ ਇਹ ਅਕਾਲੀ ਸਰੂਪ ਸੀਗਾ। ਜੇ ਸਤਿਗੁਰੂ ਨੇ ਆਪਣੇ ਪੁੱਤਰ ਦਾ ਸਰੂਪ ਸਾਨੂੰ ਦਿੱਤਾ ਹੈ ਤੇ ਅਸੀਂ ਅੰਦਰ ਝਾਤੀ ਮਾਰ ਕੇ ਦੇਖੀਏ, ਜੇ ਸਾਡਾ ਬਾਬਾ ਜਿਸ ਤੋਂ ਸਾਡੀ ਆਰੰਭਤਾ ਹੋਈ, ਜਿਉਂ ਨੀਹਾਂ ਦੇ ਵਿੱਚ ਖੜ ਸਕਦਾ ਹੈ, ਆਪਣੀ ਛਾਤੀ ਵਿੱਚ ਖੰਜਰ ਖਾ ਸਕਦਾ ਹੈ, ਕਿ ਉਹਨੂੰ ਵਜ਼ੀਰ ਖਾਨ ਕੋਈ ਲਾਲਚ ਨਹੀਂ ਸੀ ਦਿੱਤਾ, ਸਭ ਕੁਝ ਦਿੱਤਾ ਸੀਗਾ, ਪਰ ਉਹ ਆਪਣੇ ਮੋਰਚੇ ਤੋਂ ਫੇਲ ਨਹੀਂ ਹੋਏ, ਡਿੱਗੇ ਨਹੀਂ, ਡੋਲੇ ਨਹੀਂ। ਕਾਰਨ ਨਿਤਨੇਮੀ ਸਨ ਤੇ ਮਾਂ ਨੇ ਰੋਜ਼ ਉਠਾ ਕੇ ਨਿਤਨੇਮ ਕਰਾਇਆ। ਜਿੰਨੇ ਦਿਨ ਬੁਰਜ ਵਿੱਚ ਵੀ ਰਹੇ, ਅੰਮ੍ਰਿਤ ਵੇਲਾ ਸਾਂਭਦੇ ਰਹੇ, ਨਿਤਨੇਮ ਕਰਦੇ ਰਹੇ, ਸ਼ਾਮ ਨੂੰ ਸੰਧਿਆ ਦਾ ਰਹਿਰਾਸ ਸਾਹਿਬ ਦਾ ਪਾਠ ਕਰਦੇ ਰਹੇ। ਅਸੀਂ ਉਹਨਾਂ ਦੀ ਔਲਾਦ ਹਾਂ, ਇਹ ਬਾਣਾ ਉਹਨਾਂ ਦਾ ਹੈ, ਸਾਡਾ ਇਹਦੇ ਵਿੱਚ ਨਹੀਂ। ਸਾਨੂੰ ਤਾਂ ਮਹਾਰਾਜ ਨੇ ਬਖਸ਼ਿਸ਼ ਕੀਤੀ, ਸਰਦਾਰੀਆਂ ਦੇ ਦਿੱਤੀਆਂ, ਸਾਨੂੰ ਖੁੱਲੇ ਦਾੜੇ ਦੇ ਦਿੱਤੇ। ਇਹੜੀ ਬੜੀ ਵੱਡੀ ਬਖਸ਼ਿਸ਼ ਹੈ ਮਹਾਰਾਜ ਦੀ, ਪਰ ਸਾਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ। ਇਹ ਸਰੂਪ ਬਾਬਾ ਫਤਿਹ ਸਿੰਘ ਦਾ ਹੈ। ਇਹ ਸਰੂਪ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਹੈ। ਤੇ ਦਾਸ ਦੀ ਇੱਕੋ ਹੀ ਬੇਨਤੀ ਹੋਏਗੀ, ਸਰੂਪ ਬੜੀ ਸ਼ੋਭਾ ਪਾਉਂਦਾ ਹੈ, ਬੜਾ ਸੋਹਣਾ ਲੱਗਦਾ। ਇਸ ਸਰੂਪ ਦਾ ਤੇ ਜਗ੍ਹਾ ਹੀ ਇੰਨਾ ਹੈ, ਜਿੱਥੇ ਇੱਕ ਸਿੰਘ ਇਸ ਬਾਣੇ ਵਿੱਚ ਖੜਿਆ ਰਹੇ, ਬਾਕੀ ਦੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਨੇ। ਪਰ ਅੱਜ ਉਹ ਗੱਲ ਨਹੀਂ ਰਹੀ। ਉਹ ਕਦੇ ਹੁੰਦੇ ਸੀ ਦਿਨ, ਆਏ ਨੇ ਨਿਹੰਗ ਬੂਹਾ ਖੋਲਦੇ ਨੇ ਸੰਗ। ਏਡਾ ਕਰੈਕਟਰ ਹੁੰਦਾ ਸੀ, ਏਡਾ ਜੀਵਨ ਹੁੰਦਾ ਸੀ ਸਿੰਘ ਦਾ, ਕਿ ਅੱਧੀ ਰਾਤ ਵੀ ਜਾ ਕੇ ਦਰਵਾਜ਼ਾ ਖੜਕਾਉਂਦੇ ਤੇ ਅਗਲਾ ਝੀਤ ਥਾਣੀ ਦੇਖ ਕੇ ਕਹਿ ਦਿੰਦਾ, ਖੋਲ ਦੇ, ਕੋਈ ਗੱਲ ਨਹੀਂ, ਨਿਹੰਗ ਸਿੰਘ ਆਇਆ ਹੈ, ਜਿਹੜਾ ਸਾਰਿਆਂ ਦੀ ਇੱਜ਼ਤ ਬਚਾਉਂਦਾ ਹੈ, ਜਿਹੜਾ ਅਬਦਾਲੀ ਕੋਲੋਂ ਡੋਲੇ ਖੋਹ ਕੇ ਵਾਪਸ ਲਿਆਉਂਦਾ ਹੈ।
ਅੱਜ ਉਹ ਜੀਵਨ ਨਹੀਂ ਰਿਹਾ ਸਿੰਘ ਦਾ। ਮੰਨੋ ਚਾਹੇ ਨਾ ਮੰਨੋ, ਬਹੁਤ ਆਤ ਉਹਨਾਂ ਦੀ ਹੈ ਜਿਹੜੇ ਬਾਣਾ ਪਾ ਕੇ ਇਹੋ ਜਿਹੇ ਕਰਮ ਪੈ ਕਰਦੇ ਨੇ ਜਿਨ੍ਹਾਂ ਨੇ ਚੰਗਿਆਂ ਭਲਿਆਂ ਨੂੰ ਵੀ ਗਾਲ ਕੇ ਰੱਖ ਦਿੱਤਾ ਹੈ। ਹੁਣ ਲੋਕ ਨਿਹੰਗ ਸਿੰਘ ਦੇ ਸਰੂਪ ਨੂੰ ਸ਼ੈਤਾਨ ਦੇ ਸਰੂਪ ਵਿੱਚ ਦੇਖਦੇ ਨੇ, ਜਿਹੜਾ ਅਸੀਂ ਬਣਾ ਦਿੱਤਾ ਹੈ। ਆ ਜਿਹੜਾ ਆਮ ਹੀ ਫੇਸਬੁੱਕ WhatsApp ਤੇ ਚੱਲਦਾ ਪਿਆ, ਇਹ ਨਿਹੰਗਾਂ ਸਿੰਘਾਂ ਦੇ ਸਰੂਪ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਤੇ ਅਣਜਾਣਪੁਣੇ ਦੇ ਵਿੱਚ ਹੈ। ਮੈਂ ਜਵੱਦੀ ਸੀ, ਉਦੋਂ ਇੱਕ ਦਿਨ ਦੋ ਸਿੰਘ ਆਏ, ਸ਼ਹਿਰ ਦੇ ਸੀਗੇ, ਦਿਵਾਲੇ ਨਾਲ ਬੜੇ ਸੋਹਣੇ ਸਜਾਏ, ਪੁਰਾਤਨ ਕਿਤੇ ਫੋਟੋਆਂ ਦੇਖੀਆਂ ਸਿੰਘਾਂ ਦੀਆਂ, ਉਤਰਾ ਕਾਪੀ ਕਰਕੇ ਬੰਨ ਲਏ ਪਿਛਾਂਹ ਨੂੰ, ਤੇ ਉਸ ਤਰ੍ਹਾਂ ਕੋਈ ਇੰਨਾ ਕੁ ਫਰਲਾ ਲੈ ਕੇ ਤੇ ਉਹਨੇ ਪਿੱਛੇ ਟੰਗਿਆ ਉਤਰਾ ਹੀ। ਮੈਂ ਵੇਖਿਆ, ਮੈਂ ਇਹਨੂੰ ਪਤਾ ਨਹੀਂ ਵੀ ਕੀ ਇਹਨੇ ਕੀਤਾ ਕੀ, ਇਹਨੇ ਤਾਂ ਫੋਟੋ ਦੇਖ ਕੇ ਕਰ ਲਿਆ ਇਸ ਤਰ੍ਹਾਂ। ਮੈਨੂੰ ਕੋਲ ਬੁਲਾਇਆ, ਮਹਾ ਕੀ ਲਾਇਆ ਤੂੰ ਪਿੱਛੇ? ਕਹਿੰਦਾ ਫੋਟੋ ਦੇਖੀ, ਉਹਨੂੰ ਵੇਖ ਕੇ ਮੈਂ ਡਾ ਲਿਆ ਕੁਛ ਪਿੱਛੇ। ਇਹ ਤਾਂ ਪਤਾ ਹੈ ਕਿ ਮਹਾਂਕਾਲ ਦੇ ਸਰੂਪ ਦੀ ਤੈਨੂੰ ਜਾਣਕਾਰੀ ਹੈ? ਗੁਰੂ ਗੋਬਿੰਦ ਸਿੰਘ ਨੇ ਇਹ ਸਰੂਪ ਕਿਹਦੇ ਵਾਸਤੇ ਚਿਤਰਿਆ ਸੀਗਾ? ਉਹਨੂੰ ਪਤਾ ਨਹੀਂ। ਚਲੋ ਉਹਨੇ ਮਾਫੀ ਮੰਗੀ, ਗਲਤੀ ਮੰਨ ਲਈ ਉਹਨੇ, ਉਹਨੂੰ ਪਤਾ ਨਹੀਂ ਸੀ। ਤੇ ਮੈਂ ਦੇਖਦਾ ਜੇ ਸਿੱਖਾਂ ਦੇ ਬੱਚਿਆਂ ਨੂੰ ਨਹੀਂ ਅਜੇ ਤੱਕ ਅਸੀਂ ਦੱਸ ਸਕੇ ਵੀ ਮਹਾਂਕਾਲ ਦਾ ਸਰੂਪ ਕੀ ਹੈ, ਅਸੀਂ ਕਿੰਨਾ ਕੁ ਖਾਲਸਾ ਰਾਜ ਪੈਦਾ ਕਰ ਲਾਂਗੇ। ਅੱਜ ਪ੍ਰਚਾਰ ਦੀ ਲੋੜ ਹੈ, ਪ੍ਰਚਾਰ ਵੀ ਬਹੁਤ ਹੈ, ਪਰ ਆਚਾਰ ਬਹੁਤ ਘੱਟ ਦਿਖਾਈ ਦਿੰਦਾ ਚਾਰੇ ਪਾਸੇ। ਜਿਸ ਪ੍ਰਚਾਰਕ ਦੇ ਕੋਲ ਜਾਓ, ਜਦੋਂ ਦਾ ਆਚਾਰ ਦੇਖੀਦਾ ਤੇ ਮਨ ਫਿਰ ਥੱਲੇ ਡਿੱਗ ਜਾਂਦਾ ਕਿ ਇਹ ਵੀ ਆਪਣੇ ਵਰਗਾ ਹੀ ਹੈ। ਘੰਟਾ ਕੋ ਸਟੇਜ ਤੇ ਵੱਖਰਾ ਜਿਹਾ ਲੱਗਦਾ ਸੀ, ਹੈ ਸਾਡੇ ਨੂੰ ਵੀ ਡਿੱਗਿਆ ਹੋਇਆ। ਇਹੀ ਹਾਲਾਤ ਇਸ ਬਾਣੀ ਦਾ ਹੋ ਰਿਹਾ ਹੈ। ਕੁਝ ਸਮਾਂ ਬੜਾ ਪ੍ਰਭਾਵਸ਼ਾਲੀ ਲੱਗਦਾ ਹੈ, ਪਰ ਪਤਾ ਹੀ ਉਦੋਂ ਲੱਗਦਾ ਜਦੋਂ ਸੂਰਜ ਚੜ੍ਹੇ ਤੋਂ ਪਹਿਲਾਂ ਉੱਠਦਾ ਹੀ ਨਹੀਂ ਸਵੇਰੇ। ਸੱਚਾਈ ਇਹ ਹੈ, ਬਾਣਾ ਪਾ ਲੈਣਾ ਹੋਰ ਗੱਲ ਹੈ, ਬਾਣੇ ਦੀ ਕੀਮਤ ਨੂੰ ਜਾਣਨਾ ਕੁਝ ਹੋਰ ਗੱਲ ਹੈ। ਕਿੰਨੇ ਕੁ ਹੋਣਗੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੇ ਨੇ? ਉਹ ਕਿੰਨੇ ਕੁ ਸਿੰਘ ਨੇ ਬਾਣੇ ਵਾਲੇ ਜਿਨ੍ਹਾਂ ਨੂੰ ਦਸਮ ਬਾਣੀ ਕਿੰਨੀ ਕੁ ਕੰਠ ਹੈ? ਇਹ ਸਾਡੀ ਜੜ ਹੈ, ਬਾਣੀ ਸਾਡੀ ਜੜ ਹੈ। ਬਾਣਾ ਤੇ 10ਵੇਂ ਜਾਮੇ ਵਿੱਚ ਮਿਲਿਆ, ਬਾਣੀ ਤਾਂ ਪਹਿਲੇ ਜਾਮੇ ਤੋਂ ਅੰਦਰ ਪਾਈ ਜਾ ਰਹੀ ਸਿੱਖ ਦੇ। ਜਿੰਨਾ ਚਿਰ ਬਾਣੀ ਨਹੀਂ ਸਾਡੇ ਅੰਦਰ, ਉਹਨਾਂ ਚਿਰ ਬਾਣੇ ਦਾ ਪ੍ਰਤਾਪ ਨਹੀਂ ਰਹੇਗਾ। ਜਿਸ ਦੇ ਅੰਦਰ ਬਾਣੀ ਆ ਜਾਏਗੀ, ਉਹਦਾ ਪਾਇਆ ਹੋਇਆ ਬਾਣਾ, ਫਿਰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਸਾਧ ਕਰਮ ਜੇ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ। ਇਹੋ ਜਿਹਾ ਦੇਵਤਾ ਲੱਭਣਾ ਬੜਾ ਮੁਸ਼ਕਲ ਹੋ ਜਾਏਗਾ ਜਿਹੜਾ ਸਾਧ ਕਰਮ ਕਮਾਉਂਦਾ ਹੈ, ਜਿਹੜਾ ਜਿੰਨਿਆਂ ਦੇ ਵਿੱਚ ਵੀ ਖੜਾ ਹੋਏ ਉਹਨੂੰ ਦੇਖ ਕੇ ਦੂਸਰੇ ਪ੍ਰਸ਼ੰਸਾ ਕਰਨ। ਬੜਾ ਜੀਵਨ ਦਾ ਉੱਚਾ ਹੈ, ਜਿਹਦੇ ਵੱਲ ਦੇਖਦਾ ਹੈ ਵੈਸ਼ਿਆ ਨੂੰ ਵੀ ਦੇਵੀ ਬਣਾ ਦਿੰਦਾ ਹੈ। ਉਹ ਕਿੰਨੀ ਕਰਨੀ ਵਾਲਾ ਮਹਾਂਪੁਰਖ ਹੋਵੇਗਾ। ਗਣਕਾ ਦੇ ਦੁਆਰੇ ਤੇ ਗਿਆ, ਗਣਕਾ ਨੂੰ ਵੀ ਤਾਰ ਆਇਆ ਜਾ ਕੇ। ਉਹਦੀ ਦ੍ਰਿਸ਼ਟੀ 'ਚ ਇੰਨੀ ਸੱਤਿਆ ਸੀ। ਸ਼ਾਇਦ ਉਹਦੇ ਸਰੂਪ ਤੇ ਬਾਣਾ ਨਹੀਂ ਕੋਈ ਹੋਏਗਾ, ਪਰ ਉਹਦੇ ਅੰਦਰ ਬਾਣੀ ਸੀ, ਉਹਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਸੱਤਾ ਸੀ। ਗਣਕਾ ਵੱਲ ਦੇਖਿਆ, ਉਹਨੂੰ ਵੀ ਦੇਵੀ ਬਣਾ ਦਿੱਤਾ ਹੈ। ਅੱਜ ਦਾ ਮੈਂ ਦੇਖਦਾ, ਬਾਣਾ ਪਾ ਕੇ ਦੇਵੀ ਵੱਲ ਵੀ ਦੇਖੇ ਤੇ ਗਣਕਾ ਬਣਾ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਨੇ ਖੇਡ ਨੂੰ ਵੀ ਭਗਤੀ ਬਣਾ ਦਿੱਤਾ ਸੀ, ਅਸੀਂ ਭਗਤੀ ਨੂੰ ਵੀ ਖੇਡ ਬਣਾ ਕੇ ਲਈ ਫਿਰਦੇ ਹਾਂ ਦੁਨੀਆ ਸਾਹਮਣੇ। ਇਹੀ ਕਾਰਨ ਸਾਨੂੰ ਚਾਰੇ ਪਾਸਿਆਂ ਤੋਂ ਨਿਸ਼ਾਨਾ ਬਣਾਇਆ ਜਾਂਦਾ ਹੈ, ਕਿਉਂਕਿ ਉਹ ਜੀਵਨ ਨਹੀਂ ਵੀ ਅਸੀਂ ਕਿਸੇ ਨੂੰ ਪ੍ਰੈਕਟੀਕਲ ਕਰਕੇ ਦਿਖਾ ਸਕੀਏ। ਕੁਝ ਪ੍ਰੈਕਟੀਕਲ ਹੋਣਾ ਸੀ ਬਾਣੀ ਦੇ ਨਾਲ। ਜਦੋਂ ਦਸਤਗੀਰ ਨੇ ਸ਼ੱਕ ਕੀਤਾ ਗੁਰੂ ਨਾਨਕ ਸਾਹਿਬ ਦੀ ਸਤਾ ਤੇ, ਕਿਉਂ ਕਿਸ ਬੁਨਿਆਦ ਤੇ ਕਹਿ ਰਹੇ ਜੋ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਪਾਤਸ਼ਾਹ ਨੇ ਕਿਹਾ ਦਿਖਾ ਸਕਦੇ, ਸਾਡੇ ਕੋਲ ਪ੍ਰੈਕਟੀਕਲ ਵੀ ਹੈ। ਬਾਂਹ ਪਕੜੀ, ਨਾਲ ਬੇਟੇ ਨੂੰ ਲਿਆ, ਦਸਤਗੀਰ ਦੇ ਨੂੰ ਸਾਰਾ ਕੁਝ ਦਿਖਾ ਦਿੱਤਾ ਕੱਖ ਦੇ ਬੋਰ ਦੇ ਨਾਲ। ਜੇ ਮੇਰਾ ਗੁਰੂ ਇਹ ਕੁਝ ਕਰ ਸਕਦਾ ਤੇ ਪਾਤਸ਼ਾਹ ਕਹਿੰਦੇ ਮੈਂ ਆਪਣਾ ਆਪ ਸਾਰਾ ਖਾਲਸੇ ਨੂੰ ਦਿੱਤਾ ਹੈ, ਖਾਲਸਾ ਵੀ ਕਰ ਸਕਦਾ ਹੈ। ਪਰ ਹੋਏਗਾ ਤਾਂ ਜੇ ਅੰਦਰ ਬਾਣੀ ਹੋਏਗੀ, ਤੇ ਜੇ ਸਵੇਰ ਦਾ ਸਿਮਰਨ ਹੋਏਗਾ, ਅੰਮ੍ਰਿਤ ਵੇਲੇ ਦਾ ਸੇਵਾ ਹੋਏਗੀ ਪੱਲੇ, ਜੀਵਨ ਵਿੱਚ ਤਬਦੀਲੀਆਂ ਤਾਂ ਆਉਣਗੀਆਂ। ਭਾਈ ਗੁਰਦਾਸ ਨੂੰ ਸਿੱਖ ਨੇ ਇੰਨੇ ਸ਼ਬਦ ਕਹਿ ਸਨ, ਕਹਿ ਲਗੇ ਤੁਸੀਂ ਦਾੜਾ ਰੱਖਦੇ ਹੋ ਸਿੱਖ, ਇਹ ਕਿਉਂ ਰੱਖਣਾ ਪੈਂਦਾ ਹੈ? ਇੰਨਾ ਝੂਰਿਆ ਆਪਣੇ ਅੰਦਰ। ਭਾਈ ਗੁਰਦਾਸ ਕਹਿਣ ਲੱਗੇ ਇਹਨੂੰ ਵੇਖ ਕੇ ਕਿਉਂ ਨਹੀਂ ਇਹਨੇ ਰੱਖਿਆ ਮੇਰੇ ਵੱਲ? ਸ਼ਬਦ ਕਿਉਂ ਇਹਨੂੰ ਕਹਿਣੇ ਪਏ? ਦਾ ਮਤਲਬ ਅਜੇ ਵੀ ਮੇਰੇ ਜੀਵਨ ਵਿੱਚ ਕੋਈ ਕਮੀ ਹੈ। ਇਹਨੂੰ ਚਾਹੀਦਾ ਸੀ ਮੇਰੇ ਵੱਲ ਦੇਖ ਕੇ ਰੱਖ ਲੈਂਦਾ ਦਾੜਾ, ਪਰ ਇਹਨੂੰ ਪੁੱਛਣਾ ਪਿਆ ਹੈ। ਸਿੱਖ ਦਾ ਜੀਵਨ ਤੇ ਐਸਾ ਹੈ, ਕਿਧਰੇ ਵੀ ਸਿੱਖ ਇਸ ਤਰ੍ਹਾਂ ਪ੍ਰਚਾਰ ਨਹੀਂ ਸੀ ਕਰਦੇ ਪੁਰਾਣੇ ਜ਼ਮਾਨੇ ਵਿੱਚ ਜਿਸ ਤਰ੍ਹਾਂ ਅਸੀਂ ਅੱਜ ਲੱਗੇ ਆ। ਪਰ ਉਹ ਜਿਸ ਪਿੰਡ ਵਿੱਚ ਰਾਤ ਰਹਿ ਜਾਂਦੇ ਸਨ, ਅਗਲੇ ਦਿਨ ਨੌਜਵਾਨ ਆਪੇ ਉਹਨਾਂ ਦੇ ਪਿੱਛੇ ਤੁਰ ਪੈਂਦੇ ਸਨ, ਸਾਨੂੰ ਵੀ ਸਿੰਘ ਸਜਾ ਲਓ, ਸਾਨੂੰ ਵੀ ਆਪਣੇ ਵਰਗਾ ਬਣਾ ਲਓ, ਕਿਉਂਕਿ ਉਹਨਾਂ ਦੇ ਜੀਵਨ ਸਨ। ਜਿਸ ਪਿੰਡ ਵਿੱਚ ਰਹਿੰਦੇ ਸਨ, ਅੰਮ੍ਰਿਤ ਵੇਲੇ ਉੱਠ ਕੇ ਅਕਾਲ ਕਾਲ ਜਪਦੇ ਸਨ, 2 ਵਜੇ ਉੱਠ ਪੈਂਦੇ ਸਨ, 1 ਵਜੇ ਚੌਂਕੜੇ ਲਾ ਕੇ ਬਹਿ ਜਾਂਦੇ ਸਨ, ਦੇਵਤਿਆਂ ਵਰਗੇ ਸਨ। ਜਿਹਦੇ ਵੱਲ ਵੀ ਦੇਖਦੇ ਸਨ ਅੰਦਰ ਨੂੰ ਠੰਡ ਪੈਂਦੀ ਸੀ।
ਜਿਹਦੇ ਘਰੋਂ ਪ੍ਰਸ਼ਾਦਾ ਛਕਦੇ ਸਨ ਅਗਲੇ ਦੇ ਘਰ ਵਿੱਚ ਬਰਕਤ ਆ ਜਾਂਦੀ ਸੀ। ਜਿਹਦੇ ਘਰ ਵਿੱਚ ਜਾ ਕੇ ਅਰਦਾਸ ਕਰਦੇ ਸਨ। ਪੰਥ ਪ੍ਰਕਾਸ਼ 'ਚ ਬੜੀ ਵਧੀਆ ਇੱਕ ਘਟਨਾ ਲਿਖੀ ਹੈ। ਗੁਰੂ ਅਮਰਦਾਸ ਮਹਾਰਾਜ ਦੀ ਕੁੱਲ ਭੱਲਿਆਂ ਦੀ ਵਿੱਚੋਂ ਉਸ ਸਮੇਂ ਵੀ ਕੁਝ ਸਨ ਜਿਹੜੇ ਕਹਿੰਦੇ ਸਨ ਸਾਨੂੰ ਗੁਰੂ ਨੇ ਦਿੱਤੀ ਵਡਿਆਈ, ਗੁਰੂ ਬਣਨ ਦਾ ਮਨ ਵਿੱਚ ਇੱਛਾ ਸੀ ਉਹਨਾਂ ਦੇ। ਕਿਸੇ ਕਿਰਤੀ ਸਿੱਖ ਦੇ ਘਰ ਗਏ, ਪ੍ਰਸ਼ਾਦਾ ਛਕਿਆ, ਉਹਨਾਂ ਅਰਦਾਸ ਕੀਤੀ ਵੀ ਇਹਦੇ ਘਰ ਵਿੱਚ ਪੁੱਤਰ ਹੋਵੇ। ਕੁਝ ਦਿਨਾਂ ਬਾਅਦ ਪੰਥ ਦਾ ਉਤਾਰਾ ਵੀ ਉੱਥੇ ਹੋਇਆ, ਦਲ ਪੰਥ ਉਤਰਿਆ। ਸਿੱਖ ਨੇ ਜਾ ਕੇ ਉਹਨਾਂ ਨੂੰ ਵੀ ਬੇਨਤੀ ਕਰ ਦਿੱਤੀ ਵੀ ਮੈਨੂੰ ਭੁਜੰਗੀ ਦੀ ਦਾਤ ਚਾਹੀਦੀ ਹੈ, ਤੁਸੀਂ ਅਰਦਾਸ ਕਰੋ। ਹੁਣ ਪੰਥ ਨੇ ਵੀ ਅਰਦਾਸ ਕਰਤੀ ਤੇ ਉਹ ਭੱਲਿਆਂ ਵਾਲੇ ਕੁੱਲ ਵਾਲੇ ਨੇ ਵੀ ਅਰਦਾਸ ਕਰ ਦਿੱਤੀ। ਹੁਣ ਇਹ ਫੈਸਲਾ ਕੌਣ ਕਰੇ ਵੀ ਜਦੋਂ ਪੁੱਤਰ ਹੋਏਗਾ ਕਿਹਦੀ ਅਰਦਾਸ ਪ੍ਰਵਾਨ ਹੋਈ ਮੰਨੀ ਜਾਏਗੀ। ਘਰ ਵਾਲੀ ਜਿਹੜੀ ਸੀ ਉਹ ਭੱਲਿਆਂ ਨੂੰ ਮੰਨਦੀ ਪਈ ਸੀ, ਸਿੱਖ ਜਿਹੜਾ ਸੀ ਉਹ ਪੰਥ ਨੂੰ ਮੰਨਦਾ ਪਿਆ ਸੀ। ਉਹਨੇ ਪੰਥ ਦੇ ਜਥੇਦਾਰ ਨੂੰ ਬੇਨਤੀ ਕੀਤੀ ਵੀ ਮੇਰੀ ਘਰ ਵਾਲੀ ਦਾ ਭਰੋਸਾ ਕਿਵੇਂ ਵੱਜੇਗਾ। ਪੰਥ ਨੇ ਕਿਹਾ ਠੀਕ ਹੈ, ਘਟਨਾ ਤੁਸੀਂ ਪੜ੍ਹ ਕੇ ਦੇਖ ਲਿਓ, ਮੈਨੂੰ ਇਹ ਨਹੀਂ ਯਾਦ ਰਿਹਾ ਕਿੱਥੇ ਜੇ ਲਿਖੀ ਹੈ, ਪਰ ਲਿਖੀ ਹੈ। ਉਹ ਕਹਿਣ ਲੱਗੇ ਜਿੱਥੇ ਪੁੱਤਰ ਭੁਜੰਗੀ 9 ਮਹੀਨਿਆਂ ਵਿੱਚ ਜਨਮ ਲਏਗਾ ਤੇਰੇ ਘਰ 7 ਵਿੱਚ ਲੈ ਲਏਗਾ। ਜੇ 7 ਵਿੱਚ ਲੈ ਲਿਆ ਤੇ ਸਮਝੀ ਪੰਥ ਦੀ ਅਰਦਾਸ ਪ੍ਰਵਾਨ ਹੋਈ। ਤੇ 7 ਮਹੀਨਿਆਂ ਬਾਅਦ ਭੁਜੰਗੀ ਨੇ ਜਨਮ ਲਿਆ ਸੀਗਾ। ਉਹ ਜਪਣ ਵਾਲੇ ਜੋ ਵੀ ਕੁਝ ਕਹਿੰਦੇ ਸੀ ਰਸਨਾ ਤੋਂ ਹੁੰਦਾ ਸੀਗਾ। ਗੁਰੂ ਗੋਬਿੰਦ ਸਿੰਘ ਉਹਨਾਂ ਦੀ ਗੱਲ ਨੂੰ ਸੁਣਦਾ ਸੀਗਾ, ਕਿਉਂਕਿ ਉਹਨਾਂ ਗੁਰੂ ਗੋਬਿੰਦ ਸਿੰਘ ਦੇ ਜੀਵਨ ਨੂੰ ਆਪਣੇ ਜੀਵਨ ਵਿੱਚ ਢਾਲਿਆ ਹੋਇਆ ਸੀ। ਗੁਰੂ ਗੋਬਿੰਦ ਸਿੰਘ ਵਰਗੇ ਬਣੇ ਨਹੀਂ, ਸਰੂਪ ਹੀ ਨਹੀਂ ਬਣਾਇਆ, ਅੰਦਰ ਵੀ ਗੁਰੂ ਗੋਬਿੰਦ ਸਿੰਘ ਵਰਗਾ ਸੀਨਾ ਮਿਸਲੇ ਪਾਏ ਕੇ ਕੀ ਆਨ ਸ਼ਾਨ ਥਾ। ਉਹਨਾਂ ਦਾ ਸੀਨਾ ਸੀਸੇ ਦੀ ਤਰ੍ਹਾਂ ਸਾਫ਼ ਸੀ। ਆਪਸ ਵਿੱਚ ਪਿਆਰ ਕਰਦੇ ਸਨ, ਈਰਖਾ ਨਹੀਂ ਸਨ ਕਰਦੇ, ਇੱਕ ਦੂਜੇ ਦੀ ਨਿੰਦਿਆ ਨਹੀਂ ਸਨ ਕਰਦੇ। ਇਹ ਸੀ ਪਿਆਰ ਜਿਹੜਾ ਪੰਥ ਦੇ ਵਿੱਚ ਰਹਿੰਦਾ ਸੀਗਾ। ਜਿੱਦਣ ਭਾਈ ਤਾਰੂ ਸਿੰਘ ਕੈਦ ਹੋਏ, ਭਾਈ ਮਹਿਤਾਬ ਸਿੰਘ ਆਪ ਹੀ ਚਲੇ ਗਏ ਸਨ ਜੇਲ੍ਹ ਦੇ ਅੰਦਰ। ਕਹਿਣ ਲੱਗੇ ਅਸੀਂ ਪੱਗ ਵੱਟ ਭਰਾ ਹਾਂ, ਮੈਂ ਇਕੱਲੇ ਨੂੰ ਨਹੀਂ ਜਾਣ ਦੇਣਾ। ਆਪ ਵੀ ਨਾਲ ਗਏ ਸਨ, ਭਰਾ ਬਣੇ ਸਨ। ਇੰਨਾ ਪਿਆਰ ਇੱਕ ਦੂਸਰੇ ਦੇ ਨਾਲ, ਇੱਕ ਮੌਤ ਦੇ ਮੂੰਹ ਵਿੱਚ ਜਾ ਰਿਹਾ, ਦੂਜਾ ਖੁਸ਼ੀ ਜਾ ਰਿਹਾ ਨਾਲ ਵੀ ਮੇਰਾ ਭਰਾ ਜਾ ਰਿਹਾ, ਮੈਂ ਵੀ ਨਾਲ ਜਾਣਾ। ਇਹ ਸੀ ਪੰਥ ਦਾ ਆਪਸ ਵਿੱਚ ਪਿਆਰ। ਇੱਕ ਦੂਸਰੇ ਤੋਂ ਅੱਗੇ ਹੋ ਕੇ ਜਾਨਾਂ ਵਾਰਨੀਆਂ, ਇੱਕ ਦੂਸਰੇ ਦੇ ਨਾਲ ਮੁਹੱਬਤ ਕਰਨੀ। ਤੇ ਦਿਨੋਂ ਦਿਨ ਖਾਲਸੇ ਪੰਥ ਦੀ ਚੜ੍ਹਦੀ ਕਲਾ ਹੋ ਰਹੀ ਸੀ। ਉਹਨਾਂ ਦਿਨਾਂ ਦੇ ਵਿੱਚ ਖਾਲਸਾ ਰਾਜ ਦੇ ਕੇਸਰੀ ਨੀਲੇ ਝੰਡੇ ਝੁਲਦੇ ਰਹੇ। ਖੈਰ ਇਹ ਰੰਗ ਤਾਂ ਹੁਣ ਆਇਆ ਕੇਸਰੀ, ਪਹਿਲਾਂ ਪੰਥ ਦਾ ਨਿਸ਼ਾਨਾਂ ਦਾ ਰੰਗ ਨੀਲਾ ਹੀ ਰਿਹਾ ਹੈ। ਉਹ ਖੈਰ ਵੱਖਰੇ ਵਿਸ਼ੇ ਨੇ। ਬੜੀ ਚੰਗੀ ਗੱਲ ਹੈ ਜਦੋਂ ਸੋਹਣੇ ਸਰੂਪ ਇਸ ਤਰ੍ਹਾਂ ਖਾਲਸਾ ਪੰਥ ਬੈਠਦਾ ਹੈ ਤੇ ਉਹ ਦਲ ਦਾ ਸਮਾਂ ਚੇਤੇ ਆ ਜਾਂਦਾ ਜੋ ਸਾਰਿਆਂ ਦੇ ਹੱਥਾਂ ਵਿੱਚ ਬਰਛੇ ਹੁੰਦੇ ਸਨ। ਸ੍ਰੀ ਸਾਹਿਬਾਂ ਪਾ ਕੇ ਸਵੇਰੇ ਆਸਾ ਦੀ ਵਾਰ ਵਿੱਚ ਬੈਠਣ ਦਾ ਆਨੰਦ ਹੀ ਵੱਖਰਾ ਹੁੰਦਾ ਸੀ। ਉਸ ਤੋਂ ਬਾਅਦ ਬਾਬਾ ਜੀ ਨੇ ਕਥਾ ਕਰਨੀ, ਉਹ ਤਾਂ ਤੁਸੀਂ ਸਰਵਣ ਕੀਤੀ ਹੈ ਸਾਰਿਆਂ ਨੇ, ਅੰਦਾਜ਼ ਹੀ ਵੱਖਰਾ ਹੁੰਦਾ ਸੀ। ਜਦੋਂ ਕੋਈ ਕਮਾਈ ਵਾਲਾ ਬੋਲਦਾ, ਇੱਕ ਪੜ੍ਹ ਕੇ ਬੋਲਦਾ ਹੈ, ਇੱਕ ਕਮਾਈ ਵਾਲਾ ਬੋਲਦਾ ਹੈ। ਜਦੋਂ ਕਮਾਈ ਵਾਲਾ ਬੋਲਦਾ ਤੇ ਅੰਦਰ ਨੂੰ ਖਿੱਚ ਪੈਂਦੀ ਹੈ। ਉਹ ਕਿਧਰੋਂ ਨਹੀਂ ਸਨ ਪੜ੍ਹੇ। ਜਦੋਂ ਦਾਸ ਨੇ ਸੇਵਾ ਕਰਨੀ, ਕਿਉਂਕਿ ਉਹਨਾਂ ਦੇ ਲੱਤਾਂ ਦੀਆਂ ਪਿੰਜਣੀਆਂ ਵਿੱਚ ਗੋਲੀਆਂ ਲੱਗੀਆਂ ਹੁੰਦੀਆਂ ਸਨ ਤੇ ਉਹ ਇਸ ਤਰ੍ਹਾਂ ਉਹਨੂੰ ਇੱਕ ਪਿੱਤਲ ਦੀ ਪੱਤਰੀ ਜੀ ਲੈ ਕੇ ਉੱਤੋਂ ਸਾਫ਼ ਕਰਨਾ ਪੈਂਦਾ ਸੀ, ਚਮੜੀ ਉੱਤਰਦੀ ਰਹਿੰਦੀ ਹੁੰਦੀ ਸੀ। ਜਦੋਂ ਉਹਨਾਂ ਦੁਪਹਿਰ ਦਾ ਪ੍ਰਸ਼ਾਦਾ ਛਕ ਕੇ ਘੜੀ ਲੇਟਣਾ, ਦਾਸ ਨੇ ਸੇਵਾ ਕਰਨੀ ਤੇ ਫਿਰ ਉਹਨਾਂ ਬੜੀਆਂ ਗੱਲਾਂ ਸੁਣਾਉਣੀਆਂ ਇਸ ਤਰ੍ਹਾਂ ਦੀਆਂ। ਕਹਿੰਦੇ ਅਸੀਂ ਉਹਨਾਂ ਦੇ ਵਿੱਚੋਂ ਯਾਦ ਰੱਖਿਓ, ਅਸੀਂ ਲੱਕੜ ਦੀਆਂ ਕਿਰਪਾਨਾਂ ਨਾਲ ਵੀ ਫਤਿਹ ਪ੍ਰਾਪਤ ਕੀਤੀ ਹੈ, ਤੁਹਾਡੇ ਕੋਲ ਤਾਂ ਲੋਹੇ ਦੀਆਂ ਆ ਗਈਆਂ ਨੇ। ਐਵੇਂ ਨਾ ਕਿਸੇ ਕੋਲੋਂ ਦਸਤਾਰ ਲਵਾ ਲਿਆ ਜੇ ਤੇ ਇੰਨੀ ਕੋ ਨਾ ਦਲਾਲੀ ਬਣਾ ਕੇ ਦਿੱਤੀ, ਉਦੋਂ ਚੁੱਕੀ ਵੀ ਨਹੀਂ ਜਾਂਦੀ ਹੁੰਦੀ, ਉਹਦਾ ਤਾਂ ਝਟਕਾ ਹੀ ਬੜਾ ਸੀਗਾ। ਇੰਨਾ ਉਹਨਾਂ ਦੇ ਮਨ ਵਿੱਚ ਸ਼ੌਂਕ ਵੀ ਸ਼ਸਤਰਧਾਰੀ ਹੋ ਕੇ ਰਹਿਣਾ ਹੈ। ਸ੍ਰੀ ਸਾਹਿਬ ਬਣਾ ਕੇ ਦਿੱਤੀ, ਫੌਲਾਦ ਦੀ 2 ਫੁੱਟ ਦੀ ਹੋਣੀ ਆ, ਦਨਾਲੀ ਬਣਾ ਕੇ ਦਿੱਤੀ, ਖੰਜਰ ਲੈ ਕੇ ਦਿੱਤਾ, ਪਟਿਆਲੇ ਫੈਕਟਰੀ ਹੁੰਦੀ ਸੀ, ਸਭ ਕੁਝ ਬਣਾ ਕੇ ਦਿੰਦਾ। ਇਹ ਉਹਨਾਂ ਦੇ ਮਨ ਦੀ ਇੱਛਾ ਸੀ, ਸ਼ਸਤਰਧਾਰੀ ਹੋ ਕੇ ਰਹਿਣਾ ਹੈ, ਮਹਾਰਾਜ ਦਾ ਸਰੂਪ ਸਾਂਭ ਕੇ ਰੱਖਣਾ ਹੈ। ਆਪ ਸਵੇਰੇ 1 ਵਜੇ ਉੱਠ ਕੇ ਨਿਤਨੇਮ ਕਰਦੇ, ਦਾਸ ਨੂੰ 4 ਵਜੇ ਉਹਨਾਂ ਠਾ ਦੇਣਾ, ਕਿਉਂਕਿ ਉਸੇ ਕਮਰੇ 'ਚ ਰਹਿੰਦੇ ਸੀਗੇ, ਛੋਟਾ ਜਾਣ ਕੇ। ਪਰ ਜਿਹੜਾ ਉਹਨਾਂ ਪਿਆਰ ਦਿੱਤਾ ਉਹ ਅੱਜ ਸਮਝ ਵਿੱਚ ਹੁਣ ਆਉਣ ਲੱਗਾ ਕਿ ਉਹ ਕੈਸੀ ਸ਼ਖਸੀਅਤ ਸੀ। ਹਾਲਾਂਕਿ ਕਈ ਤੇ ਉਹਨਾਂ ਨੂੰ ਮਾੜਾ ਹੀ ਕਹਿੰਦੇ ਨੇ ਨਾ, ਚਲੋ ਕਈ ਜਾਣ। ਉਹਨਾਂ ਦਾ ਇਹ ਵੀ ਸੁਭਾਅ ਸੀ, ਕਹਿੰਦੇ ਇਹਨਾਂ ਨੂੰ ਤੇ ਮਹਾਰਾਜ ਨੇ ਦੁਰਕਾਰਿਆ, ਕਈ ਜਾਣ ਦੋ, ਇਹਨਾਂ ਦੇ ਉੱਤੇ ਤਾਂ ਤਰਸ ਕੀਤਾ ਜਾ ਸਕਦਾ ਹੈ, ਨਿੰਦਕ ਉੱਤੇ ਤਰਸ ਹੀ ਕੀਤਾ ਜਾ ਸਕਦਾ ਹੈ। ਜਿੱਥੇ ਬਾਣੀ ਕਹਿੰਦੀ ਹੈ ਸਰਬ ਰੋਗ ਕਾ ਔਖਦ ਨਾਮ, ਨਿੰਦਕ ਵੱਲ ਦੇਖ ਕੇ ਬਾਣੀ ਵੀ ਕਹਿੰਦੀ ਹੈ ਔਖਦ ਸਭੇ ਕੀਤਿਆਨ ਨਿੰਦਕ ਕਾ ਦਾਰੂ ਨਾਹੇ। ਨਿੰਦਕ ਤਾਂ ਦਵਾ ਦਾਰੂ ਮਹਾਰਾਜ ਦੇ ਕੋਲੋਂ ਨਹੀਂ। ਮਹਾਰਾਜ ਕਹਿੰਦੇ ਤੇ ਤਰਸ ਕਰੋ ਜੇ ਕੋਈ ਨਿੰਦਿਆ ਕਰਦਾ ਹੈ। ਜੇ ਕੋਈ ਇਸ ਬਾਣੇ ਨੂੰ ਮਾੜਾ ਭਲਾ ਕਹਿੰਦਾ, ਪਰਵਾਹ ਕਰਨ ਦੀ ਲੋੜ ਨਹੀਂ।
ਸਗੋਂ ਤਰਸ ਕਰੋ ਉਹਦੇ ਤੇ ਵੀ ਇਸ ਸਰੂਪ ਦੀ ਮਹੱਤਤਾ ਨੂੰ ਨਹੀਂ ਜਾਣ ਸਕਿਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਅਸੀਂ ਬਾਣੀ ਤੇ ਬਾਣੀ ਦੋਵਾਂ ਦੇ ਧਾਰਨੀ ਹੋ ਕੇ ਆਪਣੇ ਜੀਵਨ ਨੂੰ ਸਫਲਿਆਂ ਬਣਾਈਏ। ਬੜਾ ਸੋਹਣਾ ਸਰੂਪ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਹੈ, ਆਪਣੇ ਪੁੱਤਰ ਬਣਾਇਆ ਹੈ। ਸਾਡੇ ਵੱਲ ਦੇਖ ਕੇ ਕਿਹਾ ਸੀ ਇਹਨੂੰ ਪੁੱਤਰਨ ਕੇ ਸੀਸ ਪਰ। ਸੱਚਮੁੱਚ ਅਸੀਂ ਪੁੱਤਰ ਬਣ ਕੇ ਰਹੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਬਾਣੀ ਨਾਲ ਜੁੜ ਕੇ ਜੀਵਨ ਬਤੀਤ ਕਰੀਏ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।